Attention Outlook। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 299ਵੇਂ ਅੰਗ ਦੀ ਬਾਣੀ ਦੀ ਵਿਆਖਿਆ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰਨ ਲੱਗੇ ਹਾਂ। ਜਿਸ ਪ੍ਰਕਾਰ ਤੁਸੀਂ ਜਾਣਦੇ ਹੋ ਕਿ ਚੰਦਰਮਾ ਦੀਆਂ ਤਿਥੀਆਂ ਨੂੰ ਪ੍ਰਮੁੱਖ ਰੱਖਦੇ ਹੋਏ ਗੁਰੂ ਸਾਹਿਬ ਨੇ ਇਹ ਬਾਣੀ ਲਿਖੀ ਹੈ ਜੋ ਆਪਾਂ ਪੜ੍ਹਦੇ ਪਏ ਹਾਂ। ਸੋ ਅੱਜ ਦੀ ਬਾਣੀ ਦੇ ਵਿੱਚ, ਅੱਜ ਦੀ ਵੀਡੀਓ ਦੇ ਵਿੱਚ ਇਕਾਦਸ਼ੀ, 12ਵੀਂ, 13ਵੀਂ ਅਤੇ 14ਵੀਂ ਇਹਨਾਂ 4 ਤਿਥੀਆਂ 'ਤੇ ਆਧਾਰਿਤ ਬਾਣੀ ਆਪਾਂ ਪੜ੍ਹਾਂਗੇ। ਸ਼ੁਰੂਆਤ ਕਰਦੇ ਹਾਂ ਇਕਾਦਸ਼ੀ ਤੋਂ। ਸੋ ਇਕਾਦਸ਼ੀ ਦੀ ਈੜੀ ਨੂੰ ਲੈ ਕੇ ਗੁਰੂ ਜੀ ਨੇ 1 ਤੋਂ ਸ਼ੁਰੂਆਤ ਕੀਤੀ ਹੈ। ਸ਼ਲੋਕ: ਇੱਕੋ ਏਕ ਬਖਾਨੀਐ, ਬਿਰਲਾ ਜਾਣੈ ਸਵਾਦ, ਗੁਣ ਗੋਬਿੰਦ ਨਾ ਜਾਣੀਐ, ਨਾਨਕ ਸਭ ਬਿਸਮਾਦ। ਸੋ ਸ਼ੁਰੂਆਤ ਕੀਤੀ ਹੈ ਇੱਕੋ ਸ਼ਬਦ ਤੋਂ। ਇੱਕੋ ਏਕ ਬਖਾਨੀ, ਸਿਰਫ ਤੇ ਸਿਰਫ ਇੱਕ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਕਿਉਂਕਿ ਉਹ ਪ੍ਰਮਾਤਮਾ ਇੱਕ ਹੀ ਹੈ। ਗੁਰਬਾਣੀ ਦਾ ਆਧਾਰ ਹੀ ਇਹ ਹੈ। ਗੁਰਬਾਣੀ ਦੀ ਸ਼ੁਰੂਆਤ ਹੀ ਇੱਕ ਸ਼ਬਦ ਤੋਂ ਹੁੰਦੀ ਹੈ, ਇੱਕ ਓੰਕਾਰ। ਪ੍ਰਮਾਤਮਾ ਇੱਕ ਹੈ, ਉਸ ਇੱਕ ਦਾ ਹੀ ਗੁਣਗਾਨ ਕਰਨਾ ਚਾਹੀਦਾ ਹੈ, ਉਸ ਇੱਕ ਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਨਾਮ ਉਹਨੂੰ ਤੁਸੀਂ ਜੋ ਮਰਜ਼ੀ ਦੇ ਲਵੋ, ਉਹਦੇ ਨਾਲ ਫਰਕ ਨਹੀਂ ਪੈਂਦਾ, ਪਰ ਉਹ ਹੈ ਇੱਕ। ਜੇਕਰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਅਸੀਂ ਉਸ ਇੱਕ ਪਰਮਾਤਮਾ ਨੂੰ ਵੱਖ-ਵੱਖ ਨਾਮਾਂ ਦੇ ਨਾਲ ਪੁਕਾਰਦੇ ਹਾਂ ਤਾਂ ਉਹਦੀਆਂ ਹਸਤੀਆਂ 2 ਜਾਂ 2 ਤੋਂ ਵਧੇਰੇ ਨਹੀਂ ਹੋ ਜਾਂਦੀਆਂ। ਉਹਦੀ ਹਸਤੀ ਇੱਕ ਹੈ ਤੇ ਇੱਕ ਹੀ ਰਹਿੰਦੀ ਹੈ, ਤੇ ਸਾਨੂੰ ਉਸ ਇੱਕ ਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਇਸ ਸਿਫਤ ਸਲਾਹ ਦਾ ਜੋ ਸਵਾਦ ਹੈ, ਜੋ ਆਨੰਦ ਹੈ, ਉਹ ਕੋਈ ਵਿਰਲਾ ਮਨੁੱਖ ਹੀ ਮਾਣ ਪਾਉਂਦਾ ਹੈ। ਇੱਕੋ ਏਕ ਬਖਾਨੀਐ, ਬਿਰਲਾ ਜਾਣੈ ਸਵਾਦ। ਅੱਗੇ ਗੁਰੂ ਜੀ ਇਹ ਵੀ ਦੱਸਦੇ ਹਨ ਕਿ ਗੁਣ ਗੋਬਿੰਦ ਨਾ ਜਾਣੀਏ। ਜੇ ਅਸੀਂ ਪ੍ਰਮਾਤਮਾ ਦਾ ਗੁਣਗਾਨ ਕਰਦੇ ਹਾਂ, ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਸਿਫਤ ਸਲਾਹ ਕਰਨ ਦੇ ਨਾਲ ਉਸ ਪ੍ਰਮਾਤਮਾ ਦੀ ਹਸਤੀ ਨੂੰ ਸੰਪੂਰਨ ਤੌਰ 'ਤੇ ਨਹੀਂ ਜਾਣਿਆ ਜਾ ਸਕਦਾ, ਕਿਉਂਕਿ ਨਾਨਕ ਸਭ ਬਿਸਮਾਦ। ਉਹ ਪ੍ਰਮਾਤਮਾ 'ਤੇ ਸਭਨਾਂ ਤੋਂ ਜ਼ਿਆਦਾ ਅਸਚਰਜ ਹੈ। ਉਹਦੀ ਹਸਤੀ ਬਹੁਤ ਜ਼ਿਆਦਾ ਅਸਚਰਜ ਹੈ। ਉਹਨੂੰ ਅਸੀਂ ਸਮਝ ਨਹੀਂ ਸਕਦੇ। ਮਨੁੱਖ ਦੀ ਬੁੱਧੀ ਦੀ ਸਮਝ ਤੋਂ ਬਹੁਤ ਪਰੇ ਹੈ ਪ੍ਰਮਾਤਮਾ ਦੀ ਹਸਤੀ। ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਪਰ ਇਹ ਨਾ ਸੋਚੀਏ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਕਰੀਏ ਤੇ ਅਸੀਂ ਉਸ ਪ੍ਰਮਾਤਮਾ ਦੀ ਹਸਤੀ ਨੂੰ ਸਮਝ ਜਾਵਾਂਗੇ। ਹਸਤੀ ਨੂੰ ਨਹੀਂ ਸਮਝ ਸਕਦੇ, ਕਿਉਂਕਿ ਉਹ ਹਸਤੀ ਬੜੀ ਬਿਸਮਾਦ ਹੈ। ਸਿਫਤ ਸਲਾਹ ਇਸ ਕਰਕੇ ਕਰਨੀ ਹੈ ਕਿਉਂਕਿ ਉਹਦੇ ਵਿੱਚੋਂ ਆਨੰਦ ਮਿਲਦਾ ਹੈ। ਤੇ ਸਿਫਤ ਸਲਾਹ ਕੀ ਹੈ? ਜਦੋਂ ਅਸੀਂ ਪ੍ਰਮਾਤਮਾ ਦੀ ਅਧੀਨਗੀ ਕਬੂਲ ਲਈਏ, ਉਹਦੀ ਵਡਮੁੱਲਤਾ ਨੂੰ ਜਾਣ ਲਈਏ ਕਿ ਉਹਨੇ ਸਾਡੇ ਲਈ ਕੀ ਕੀ ਬਣਾਇਆ ਹੈ। ਇਸ ਕੁਦਰਤ ਦੇ ਕਿੰਨੇ ਸਾਰੇ ਵਰਤਾਰੇ ਨੇ ਜਿਨ੍ਹਾਂ 'ਤੇ ਮਨੁੱਖ ਦਾ ਕੋਈ ਅਖਤਿਆਰ ਨਹੀਂ ਹੈ। ਉਹ ਸਾਰੇ ਵਰਤਾਰੇ ਉਸ ਪਰਮਾਤਮਾ ਨੇ ਬਣਾਏ ਹਨ। ਉਹ ਵਡਮੁੱਲਤਾ ਹੈ ਉਸ ਪਰਮਾਤਮਾ ਦੀ। ਉਸ ਵਡਮੁੱਲਤਾ ਨੂੰ ਜਦੋਂ ਅਸੀਂ ਪਛਾਣ ਲਈਏ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਆਨੰਦ ਭਰ ਜਾਂਦਾ ਹੈ। ਅਕਸਰ ਅਸੀਂ ਇਹਨਾਂ ਗੱਲਾਂ ਕਰਕੇ ਦੁਖੀ ਹੁੰਦੇ ਹਾਂ ਜੋ ਸਾਨੂੰ ਨਹੀਂ ਮਿਲਦਾ। ਅਸੀਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ ਕਿ ਮੈਨੂੰ ਇਹ ਨਹੀਂ ਮਿਲਿਆ, ਤੇ ਝੂਰਦੇ ਹਾਂ, ਦੁਖੀ ਹੁੰਦੇ ਹਾਂ। ਪਰ ਸਾਡੀ ਉਸੇ ਪ੍ਰਵਿਰਤੀ ਨੂੰ ਜੇਕਰ ਅਸੀਂ ਬਦਲ ਲਈਏ, ਬਦਲ ਕੇ ਆਪਣਾ ਜੋ ਧਿਆਨ ਨਾ ਮਿਲਣ ਵਾਲੀਆਂ ਚੀਜ਼ਾਂ 'ਤੇ ਕੇਂਦਰਿਤ ਹੈ, ਉਸ ਪਰਮਾਤਮਾ ਨੇ ਜੋ ਸਾਨੂੰ ਦਿੱਤਾ ਹੋਇਆ ਹੈ ਉਹਦੇ 'ਤੇ ਕੇਂਦਰਿਤ ਕਰ ਲਈਏ। ਇੰਨਾ ਕੁਝ ਕੁਦਰਤ ਦਾ ਵਰਤਾਰਾ ਉਸ ਪਰਮਾਤਮਾ ਨੇ ਸਾਨੂੰ ਬਖਸ਼ਿਆ ਹੈ। ਇੰਨਾ ਗੁੰਝਲਦਾਰ ਸਰੀਰ ਬਖਸ਼ਿਆ ਹੈ, ਇੰਨੀ ਸਮਝਦਾਰ ਮੱਤ ਬਖਸ਼ੀ ਹੈ। ਸਾਡੇ ਜੀਵਤ ਰਹਿਣ ਦੇ ਲਈ ਹਵਾ ਪਾਣੀ ਬਖਸ਼ੇ ਹਨ, ਭੋਜਨ ਬਖਸ਼ਿਆ ਹੈ। ਇਹ ਸਾਰੀਆਂ ਬਖਸ਼ਿਸ਼ਾਂ ਹਨ ਉਸ ਪਰਮਾਤਮਾ ਦੀਆਂ। ਇਹਨਾਂ 'ਤੇ ਧਿਆਨ ਕੇਂਦਰਿਤ ਕਰਕੇ ਉਸ ਪਰਮਾਤਮਾ ਦੀ ਜੇਕਰ ਅਸੀਂ ਸਿਫਤ ਸਲਾਹ ਕਰੀਏ ਤਾਂ ਜ਼ਿੰਦਗੀ ਦੇ ਵਿੱਚ ਆਨੰਦ ਹੀ ਆਨੰਦ ਭਰ ਜਾਏਗਾ। ਅਸੀਂ ਉਹਨਾਂ ਵਿਰਲੇ ਮਨੁੱਖਾਂ ਦੇ ਵਿੱਚ ਆ ਜਾਵਾਂਗੇ ਜੋ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਸਵਾਦ ਮਾਣਦੇ ਹਨ। ਪੌੜੀ: ਇਕਾਦਸ਼ੀ ਨਿਕਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਨੋ ਹਰ ਨਾਮ।
ਇਕਾਦਸ਼ੀ ਦੀ ਇੱਕ ਮਹੱਤਤਾ ਹੈ ਕਿ ਇਸ ਦਿਨ ਹਿੰਦੂ ਧਰਮ ਦੇ ਵਿੱਚ ਯਕੀਨ ਰੱਖਣ ਵਾਲੇ, ਹਿੰਦੂ ਧਰਮ ਨੂੰ ਮੰਨਣ ਵਾਲੇ ਅਨੇਕਾਂ ਹੀ ਮਰਦ ਅਤੇ ਇਸਤਰੀਆਂ ਵਰਤ ਰੱਖਦੇ ਹਨ। ਇਸ ਸੰਕਲਪ ਨੂੰ ਪ੍ਰਮੁੱਖ ਰੱਖ ਕੇ ਗੁਰੂ ਜੀ ਨੇ ਇਹ ਪੰਕਤੀਆਂ ਲਿਖੀਆਂ ਹਨ। ਗੁਰੂ ਜੀ ਕਹਿੰਦੇ ਹਨ ਕਿ ਇਕਾਦਸ਼ੀ ਦੇ ਦਿਨ ਰਾਮ ਨੂੰ ਆਪਣੇ ਨੇੜੇ ਵਸਦਾ ਮਹਿਸੂਸ ਕਰੋ, ਪਰਮਾਤਮਾ ਨੂੰ ਆਪਣੇ ਨੇੜੇ ਵਸਦਾ ਵੇਖੋ। ਇਕਾਦਸ਼ੀ ਨਿਕਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ। ਆਪਣੇ ਇੰਦਰੀਆਂ ਨੂੰ ਕਾਬੂ ਦੇ ਵਿੱਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ। ਸਮਝਣ ਵਾਲੀ ਗੱਲ ਹੈ ਇਹ ਕਿ ਸਾਨੂੰ ਵੇਖਣ ਦੇ ਲਈ 2 ਅੱਖਾਂ ਦਿੱਤੀਆਂ ਹਨ, ਸੁਣਨ ਦੇ ਲਈ 2 ਕੰਨ ਦਿੱਤੇ ਹਨ, ਸੁੰਘਣ ਦੇ ਲਈ 2 ਦੁਆਰ ਸਾਡੇ ਨੱਕ ਦੇ ਵਿੱਚ ਦਿੱਤੇ ਹਨ, ਬੋਲਣ ਦੇ ਲਈ ਸਾਨੂੰ ਮੁੱਖ ਦਿੱਤਾ ਹੈ। ਇਹਨਾਂ ਸਾਰੇ ਹੀ ਅੰਗਾਂ ਦੇ, ਇਹਨਾਂ ਸਾਰੇ ਹੀ ਦੁਆਰਾਂ ਦੇ 2 ਹਿੱਸੇ ਹਨ। ਇੱਕ ਤਾਂ ਸਰੀਰਕ ਹਿੱਸਾ ਹੈ ਜੋ ਅੱਖਾਂ ਹਨ, ਤੇ ਇੱਕ ਮਾਨਸਿਕ ਹਿੱਸਾ ਹੈ ਜਿਸ ਦੇ ਆਧਾਰ ਤੇ ਕਿ ਇਹ ਅੱਖਾਂ, ਕੰਨ ਆਦਿਕ ਕੰਮ ਕਰਦੇ ਹਨ। ਅੱਖਾਂ ਦਾ ਕੰਮ ਹੈ ਵੇਖਣਾ। ਅੱਖਾਂ ਦੇ ਸਾਹਮਣੇ ਜੋ ਵੀ ਆਏਗਾ ਉਹ ਵੇਖਿਆ ਜਾਏਗਾ, ਪਰ ਉਹ ਵੇਖਿਆ ਤਾਂ ਹੀ ਜਾਏਗਾ ਜੇਕਰ ਅੱਖਾਂ ਦਾ ਕਨੈਕਸ਼ਨ ਜੋ ਹੈ, ਸੰਬੰਧ ਜੋ ਹੈ ਮਨ ਦੇ, ਦਿਮਾਗ ਦੇ ਸਹੀ ਹਿੱਸੇ ਦੇ ਵਿੱਚ ਜੁੜਿਆ ਹੋਏਗਾ। ਸੋ 2 ਹਿੱਸੇ ਹਨ, ਇੱਕ ਸਰੀਰਕ ਤੌਰ ਤੇ ਅੱਖਾਂ ਹਨ, ਇੱਕ ਮਨ ਦੇ ਅੰਦਰ, ਦਿਮਾਗ ਦੇ ਅੰਦਰ ਉਹ ਹਿੱਸਾ ਹੈ ਜਿੱਥੇ ਕਿ ਅੱਖਾਂ ਦਾ ਸੰਬੰਧ ਜੁੜਿਆ ਹੋਇਆ ਹੈ। ਦੋਨੋਂ ਇੱਕ ਦੂਜੇ ਤੋਂ ਅਲੱਗ ਹੋ ਕੇ ਕੰਮ ਨਹੀਂ ਕਰ ਸਕਦੇ। ਜੇਕਰ ਅੱਖਾਂ ਨੂੰ ਸਰੀਰ ਦੇ ਨਾਲੋਂ ਵੱਖ ਕਰਕੇ ਰੱਖ ਦਿੱਤਾ ਜਾਏ ਤੇ ਉਹ ਵੇਖ ਨਹੀਂ ਸਕਦੀਆਂ, ਤੇ ਉਸੇ ਪ੍ਰਕਾਰ ਹੀ ਜੇਕਰ ਅੱਖਾਂ ਸਰੀਰ ਦੇ ਵਿੱਚ ਨਾ ਹੋਣ ਤੇ ਜੋ ਦਿਮਾਗ ਦਾ ਹਿੱਸਾ ਅੱਖਾਂ ਦੇ ਲਈ ਜ਼ਿੰਮੇਵਾਰ ਹੈ ਉਹ ਵੀ ਕੁਝ ਸਾਨੂੰ ਸੰਦੇਸ਼ ਨਹੀਂ ਦੇ ਪਾਏਗਾ। ਸੋ ਦੋਨੋਂ ਇੱਕ ਦੂਜੇ ਦੇ ਨਾਲ ਤਾਲਮੇਲ ਕਰਕੇ ਕੰਮ ਕਰਦੇ ਹਨ। ਸੋ ਜਦੋਂ ਗੱਲ ਆਉਂਦੀ ਹੈ ਆਪਣੇ ਇੰਦਰੀਆਂ ਨੂੰ ਵਸ ਕਰਨ ਦੀ, ਤਾਂ ਇਹ ਨਹੀਂ ਹੈ ਕਿ ਅਸੀਂ ਆਪਣੀਆਂ ਅੱਖਾਂ ਬੰਦ ਕਰ ਲਈਏ ਤੇ ਕੁਝ ਵੇਖੀਏ ਹੀ ਨਾ। ਇਹ ਵੀ ਨਹੀਂ ਕਿ ਅਸੀਂ ਆਪਣੇ ਕੰਨ ਬੰਦ ਕਰ ਲਈਏ, ਕੁਝ ਸੁਣੀਏ ਹੀ ਨਾ। ਕੰਮ ਕਰਨਾ ਹੈ ਤੇ ਆਪਣੇ ਦਿਮਾਗ ਦੇ ਉਸ ਹਿੱਸੇ ਤੇ ਕਰੀਏ ਜਿਹੜੇ ਕਿ, ਜਾਂ ਉਹਨਾਂ ਹਿੱਸਿਆਂ ਤੇ ਕਰੀਏ ਜਿਹੜੇ ਸਾਡੇ ਵੱਖ-ਵੱਖ ਇੰਦਰੀਆਂ ਨੂੰ ਚਲਾਉਣ ਦੇ ਲਈ ਜ਼ਿੰਮੇਵਾਰ ਹਨ। ਅੱਖਾਂ ਨੇ ਜੋ ਵੇਖਿਆ ਉਹ ਇਨਪੁਟ ਸਾਡੇ ਦਿਮਾਗ ਨੂੰ ਦੇ ਦਿੱਤੀ, ਉਹਦੇ ਤੇ ਕੰਮ ਕੀ ਕਰਨਾ ਅਸੀਂ, ਉਸ ਇਨਪੁਟ ਦਾ ਅਸੀਂ ਕਰਨਾ ਕੀ ਹੈ, ਉਹਦੇ ਬਾਰੇ ਸੋਚਣਾ ਕੀ ਹੈ, ਇਹ ਦਿਮਾਗ ਨੇ ਨਿਰਧਾਰਤ ਕਰਨਾ ਹੈ। ਸੋ ਅਸੀਂ ਜੋ ਵੀ ਸੁਣੀਏ, ਗੁਰੂ ਜੀ ਕਹਿੰਦੇ ਇੰਦਰੀ ਬਸ ਕਰ ਸੁਣੋ ਹਰ ਨਾਮ। ਜੋ ਵੀ ਸੁਣੀਏ ਉਹਦੇ ਵਿੱਚੋਂ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਦੀ ਕੋਸ਼ਿਸ਼ ਕਰੀਏ। ਜੇਕਰ ਕੋਈ ਇਨਸਾਨ, ਉਦਾਹਰਣ ਦੇ ਤੌਰ ਤੇ ਗੱਲ ਕਰੀਏ, ਕੋਈ ਇਨਸਾਨ ਸਾਨੂੰ ਆ ਕੇ ਇਹ ਦੱਸੇ ਕਿ ਉਹਨੇ ਕੋਈ ਬਹੁਤ ਵੱਡੀ ਮੱਲ ਮਾਰ ਲਈ, ਉਹਨੇ ਕੁਝ ਬਹੁਤ ਵੱਡਾ ਹਾਸਲ ਕਰ ਲਿਆ, ਉਹਦੇ ਵਿੱਚੋਂ ਵੀ ਅਸੀਂ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦੀ ਕੋਸ਼ਿਸ਼ ਕਰੀਏ। ਕਿਵੇਂ ਕਿ ਵਾਹ ਪ੍ਰਮਾਤਮਾ, ਕਿੰਨੀ ਮਿਹਰ ਤੂੰ ਇਸ ਮਨੁੱਖ ਤੇ ਕੀਤੀ ਹੈ ਜੋ ਇਹਨੂੰ ਇੰਨੀ ਵੱਡੀ ਬਖਸ਼ਿਸ਼ ਦੇ ਦਿੱਤੀ। ਜੋ ਹਾਸਲ ਕੀਤਾ ਉਹਨੇ ਨਹੀਂ ਕੀਤਾ, ਅਸੀਂ ਇਹ ਸੁਣੀਏ ਕਿ ਇਹ ਜੋ ਹਾਸਲ ਇਸ ਮਨੁੱਖ ਨੇ ਕੀਤਾ ਹੈ ਉਹ ਇਹਨੇ ਨਹੀਂ ਕੀਤਾ, ਪਰਮਾਤਮਾ ਨੇ ਇਹਨੂੰ ਬਖਸ਼ਿਆ ਹੈ। ਉਸ ਬਲਵਾਨ, ਉਸ ਮਹਾਨ ਪਰਮਾਤਮਾ ਦੀ ਸਿਫਤ ਸਲਾਹ ਜ਼ਿੰਦਗੀ ਦੇ ਹਰ ਲਮਹੇ ਦੇ ਵਿੱਚੋਂ, ਹਰ ਪਲ ਦੇ ਵਿੱਚੋਂ ਸੁਣਨ ਦੀ, ਵੇਖਣ ਦੀ ਕੋਸ਼ਿਸ਼ ਕਰੀਏ। ਮਨ ਸੰਤੋਖ ਸਰਬ ਜੀ ਦਇਆ, ਇਨ ਬਿਦ ਵਰਤ ਸੰਪੂਰਨ ਭਇਆ। ਜਦੋਂ ਕੋਈ ਮਨੁੱਖ ਵਰਤ ਰੱਖਦਾ ਹੈ ਤਾਂ ਸੰਜਮ ਹੁੰਦਾ ਹੈ, ਖਾਣਾ ਨਾ ਖਾਣ ਦਾ ਸੰਜਮ ਹੁੰਦਾ ਹੈ। ਆਪਣੇ ਸਰੀਰ ਤੇ, ਆਪਣੇ ਮੁਖ ਤੇ ਕੰਟਰੋਲ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਕਿ ਉਹੀ ਕੰਟਰੋਲ, ਉਹੀ ਸੰਜਮ, ਉਹੀ ਸੰਤੋਖ ਜੇ ਤੁਸੀਂ ਆਪਣੇ ਮਨ ਦੇ ਵਿੱਚ ਲੈ ਆਓ, ਮਨ ਦੇ ਵਿੱਚ ਸੰਤੋਖ ਧਾਰ ਕੇ ਸਭਨਾ ਜੀਵਾਂ ਦੇ ਨਾਲ ਦਇਆ ਭਰਿਆ ਸਲੂਕ ਕਰੋ। ਮਨ ਸੰਤੋਖ
ਸਰਬ ਜੀ ਦਇਆ। ਇਨ ਵਿਧ ਵਰਤ ਸੰਪੂਰਨ ਭਇਆ। ਇਸ ਪ੍ਰਕਾਰ ਤੁਹਾਡਾ ਵਰਤ ਜੋ ਹੈ ਸੰਪੂਰਨ ਮੰਨਿਆ ਜਾਏਗਾ, ਸੰਪੂਰਨ ਹੋ ਜਾਏਗਾ, ਕਾਮਯਾਬ ਹੋ ਜਾਏਗਾ। ਅਜਿਹਾ ਵਰਤ ਜੇਕਰ ਤੁਸੀਂ ਰੱਖੋਗੇ, ਧਾਵਤ ਮਨ ਰਾਖੈ ਇਕ ਠਾਏ, ਮਨ ਤਨ ਸ਼ੁੱਧ ਜਪਤ ਹਰਿ ਨਾਏ। ਅਜਿਹਾ ਵਰਤ ਤੁਹਾਡੇ ਦੌੜਦੇ ਹੋਏ ਮਨ ਨੂੰ, ਵਿਕਾਰਾਂ ਵੱਲ ਭੱਜਦੇ ਹੋਏ ਮਨ ਨੂੰ ਕਾਬੂ ਕਰਕੇ ਇੱਕ ਟਿਕਾਣੇ 'ਤੇ ਰੱਖਣ ਦੇ ਵਿੱਚ ਤੁਹਾਡੀ ਸਹਾਇਤਾ ਕਰੇਗਾ। ਪਰਮਾਤਮਾ ਦਾ ਨਾਮ ਜਪੋਗੇ ਜੇਕਰ, ਤਾਂ ਤੁਹਾਡਾ ਮਨ ਵੀ ਤੇ ਤੁਹਾਡਾ ਤਨ ਵੀ ਸ਼ੁੱਧ ਹੋ ਜਾਏਗਾ। ਸਭ ਮਹਿ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਉਹ ਪਰਮਾਤਮਾ ਜਿਹੜਾ ਸਾਰੇ ਜਗਤ ਵਿੱਚ ਹਰ ਥਾਂ ਵਿਆਪਕ ਹੈ, ਹੇ ਨਾਨਕ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ, ਉਸ ਪਰਮਾਤਮਾ ਦੇ ਨਾਮ ਦਾ ਕੀਰਤਨ ਕਰ। ਇਹੀ ਅਟਲ ਧਰਮ ਹੈ। ਇਕਾਦਸ਼ੀ ਤੋਂ ਬਾਅਦ ਆਉਂਦੀ ਹੈ ਦੁਆਦਸ਼ੀ, ਜਿਹਨੂੰ ਪੰਜਾਬੀ ਦੇ ਵਿੱਚ ਅਸੀਂ 12ਵੀਂ ਵੀ ਕਹਿ ਦਿੰਦੇ ਹਾਂ, ਪਰ ਦੁਆਦਸ਼ੀ ਦਾ ਦੱਦਾ ਲੈ ਕੇ ਗੁਰੂ ਜੀ ਨੇ ਦੁਰਮਤ ਸ਼ਬਦ ਤੋਂ ਅਗਲਾ ਸ਼ਲੋਕ ਲਿਖਿਆ ਹੈ। ਸ਼ਲੋਕ: ਦੁਰਮਤ ਹਰੀ ਸੇਵਾ ਕਰੀ, ਭੇਟੇ ਸਾਧ ਕਿਰਪਾਲ, ਨਾਨਕ ਪ੍ਰਭ ਸਿਓ ਮਿਲ ਰਹੇ, ਬਿਨਸੇ ਸਗਲ ਜੰਜਾਲ। ਜਿਹੜੇ ਵਡਭਾਗੀ ਮਨੁੱਖ ਕਿਰਪਾਲੂ, ਦਇਆਲੂ, ਸਾਧ ਦੇ ਦਰਸ਼ਨ ਕਰ ਪਾਉਂਦੇ ਹਨ, ਗੁਰੂ ਦੇ ਦਰਸ਼ਨ ਕਰ ਪਾਉਂਦੇ ਹਨ, ਗੁਰੂ ਨੂੰ ਮਿਲ ਪੈਂਦੇ ਹਨ ਤੇ ਗੁਰੂ ਦੀ ਦੱਸੀ ਹੋਈ ਸੇਵਾ ਕਰਦੇ ਹਨ, ਉਹ ਆਪਣੇ ਅੰਦਰੋਂ ਦੁਰਮਤ ਨੂੰ ਹਰ ਲੈਂਦੇ ਹਨ, ਭੈੜੀ ਮਤ, ਖੋਟੀ ਮਤ ਨੂੰ ਦੂਰ ਕਰ ਲੈਂਦੇ ਹਨ, ਆਪਣੇ ਅੰਦਰੋਂ ਪਾਪ ਮਿਟਾ ਲੈਂਦੇ ਹਨ। ਹੇ ਨਾਨਕ, ਜਿਹੜੇ ਬੰਦੇ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ, ਨਾਨਕ ਪ੍ਰਭ ਸਿਓ ਮਿਲ ਰਹੇ, ਬਿਨਸੇ ਸਗਲ ਜੰਜਾਲ, ਉਹਨਾਂ ਦੇ ਮਾਇਆ ਦੇ ਅਤੇ ਮੋਹ ਦੇ ਸਾਰੇ ਹੀ ਬੰਧਨ ਨਾਸ ਹੋ ਜਾਂਦੇ ਹਨ। ਪੌੜੀ: ਦੁਆਦਸ਼ੀ ਦਾਨ ਨਾਮ ਇਸ਼ਨਾਨ, ਹਰ ਕੀ ਭਗਤ ਕਰੋ ਤਜ ਮਾਨ। ਦੁਆਦਸ਼ੀ ਦੇ ਦੱਦੇ ਤੋਂ ਦਾਨ ਵੀ ਲੈ ਲਿਆ ਹੈ ਤੇ ਗੁਰੂ ਜੀ ਕਹਿੰਦੇ ਹਨ, ਹਦਾਇਤ ਕਰਦੇ ਹਨ ਕਿ ਹੇ ਭਾਈ, ਦਾਨ ਕਰੋ, ਪ੍ਰਮਾਤਮਾ ਦਾ ਨਾਮ ਜਪੋ, ਪ੍ਰਮਾਤਮਾ ਦੇ ਨਾਮ ਜਲ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਓ। ਦਾਨ ਦੇ ਬਾਬਤ ਇਹ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਜੋ ਦਾਨ ਹੈ ਆਪਣੇ ਹੰਕਾਰ ਦੀ ਪੂਰਤੀ ਦੇ ਲਈ ਨਹੀਂ ਕਰਨਾ ਚਾਹੀਦਾ, ਆਪਣੇ ਸਵਾਰਥ ਦੇ ਲਈ ਨਹੀਂ ਕਰਨਾ ਚਾਹੀਦਾ। ਹੰਕਾਰ ਦੀ ਪੂਰਤੀ ਕਿੱਦਾਂ? ਕਈ ਮਨੁੱਖ ਦਾਨ ਕਰਦੇ ਹਨ ਤੇ ਜ਼ੋਰਾਂ ਸ਼ੋਰਾਂ ਦੇ ਨਾਲ ਆਪਣੇ ਨਾਮ ਦੀ ਮਹਿਮਾ ਵੀ ਕਰਵਾਉਂਦੇ ਹਨ ਕਿ ਫਲਾਣੇ ਨੇ ਦਾਨ ਕੀਤਾ ਹੈ। ਆਪਣਾ ਨਾਮ ਲਿਖਵਾਉਣਗੇ, ਇਹ ਯਕੀਨੀ ਕਰਾਉਣਗੇ ਕਿ ਜਿੱਥੇ ਵੀ ਦਾਨ ਕੀਤਾ ਗਿਆ ਹੈ ਉੱਥੇ ਉਹਨਾਂ ਦੇ ਨਾਮ ਦੀ ਘੋਸ਼ਣਾ ਜ਼ਰੂਰ ਹੋਵੇ ਕਿ ਇਹ ਵਾਲਾ ਦਾਨ ਇਸ ਮਨੁੱਖ ਨੇ ਕੀਤਾ ਹੈ। ਉਹ ਘੋਸ਼ਣਾ ਹੋਣ ਦੇ ਨਾਲ ਸਾਡੇ ਹੰਕਾਰ ਨੂੰ ਬਲ ਮਿਲਦਾ ਹੈ, ਸਾਨੂੰ ਅੰਦਰੇ ਅੰਦਰ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਦਾਨ ਕੀਤਾ ਹੈ। ਉਹ ਸਹੀ ਨਹੀਂ ਹੈ, ਉਹ ਤੁਹਾਨੂੰ ਸਥਿਰਤਾ ਵੱਲ ਲੈ ਕੇ ਨਹੀਂ ਜਾਂਦਾ। ਭੁੱਲ ਭੁਲੇਖੇ ਦੇ ਵਿੱਚ ਜੇਕਰ ਤੁਹਾਡੇ ਨਾਮ ਦੀ ਘੋਸ਼ਣਾ ਨਾ ਹੋਵੇ, ਤੁਸੀਂ ਦਾਨ ਕੀਤਾ, ਆਪਣਾ ਨਾਮ ਲਿਖਵਾਇਆ, ਪਰ ਤੁਹਾਡੇ ਨਾਮ ਦੀ ਘੋਸ਼ਣਾ ਨਹੀਂ ਹੋਈ, ਤਾਂ ਅੰਦਰੋਂ ਅੰਦਰ ਤੁਸੀਂ ਤੜਫ ਉੱਠਦੇ ਹੋ ਕਿ ਮੇਰੇ ਨਾਮ ਦੀ ਘੋਸ਼ਣਾ ਕਿਉਂ ਨਹੀਂ ਹੋਈ। ਉਹ ਦਾਨ ਨਹੀਂ ਹੈ, ਉਹ ਦਾਨ ਆਪਣੇ ਸਵਾਰਥ ਦੀ ਪੂਰਤੀ ਹੈ, ਉਹ ਆਪਣੇ ਹੰਕਾਰ ਨੂੰ ਬਲ ਦੇਣ ਵਾਲੀ ਗੱਲ ਹੈ। ਸਵਾਰਥ ਦੀ ਪੂਰਤੀ ਦੀ ਗੱਲ ਹੁਣ ਆਪਾਂ ਕਰਦੇ ਹਾਂ ਕਿ ਸਵਾਰਥ ਦੀ ਪੂਰਤੀ ਕਿੱਦਾਂ। ਕਈ ਮਨੁੱਖ ਦਾਨ ਇਹ ਸੋਚ ਕੇ ਕਰਦੇ ਹਨ ਕਿ ਜੇਕਰ ਅਸੀਂ 10 ਰੁਪਈਏ ਦਾਨ ਦਈਏ ਤੇ ਸਾਨੂੰ 100 ਮਿਲੇਗਾ। ਇਹ ਖਿਆਲ ਉਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਜਿੰਨਾ ਦਾਨ ਕਰਾਂਗੇ ਉਨਾ ਸਾਨੂੰ ਵੱਧ ਮਿਲੇਗਾ। ਉੱਥੇ ਅਸੀਂ ਦਾਨ ਆਪਣੇ ਸਵਾਰਥ ਦੀ ਪੂਰਤੀ ਲਈ ਕਰਦੇ ਹਾਂ। ਉਹ ਦਾਨ ਕਿਸੇ ਦੀ ਸਹਾਇਤਾ ਲਈ ਨਹੀਂ, ਆਪਣੇ ਸਵਾਰਥ ਦੀ, ਕਿਉਂਕਿ ਸਾਡਾ ਯਕੀਨ ਹੈ
ਕਿ ਜੇਕਰ ਅਸੀਂ 10 ਰੁਪਈਏ ਦਾਨ ਦੇਵਾਂਗੇ ਤੇ ਸਾਨੂੰ 100 ਮਿਲੇਗਾ। ਅਸੀਂ ਉਸ ਯਕੀਨ ਦੇ ਕਰਕੇ, ਉਸ ਸਵਾਰਥ ਦੇ ਕਰਕੇ ਉਹ 90 ਹਾਸਲ ਕਰਨ ਦੇ ਲਈ ਦਾਨ ਕਰਦੇ ਹਾਂ, ਨਾ ਕਿ 10 ਦੇਣ ਦੇ ਲਈ ਦਾਨ ਕਰਦੇ ਹਾਂ। ਤੀਜੀ ਗੱਲ ਇੱਕ ਹੋਰ ਜੋ ਮਨੁੱਖ ਆਮ ਤੌਰ 'ਤੇ ਕਰਦੇ ਹਨ, ਉਹ ਹੈ ਕਿ ਮਿੱਥ ਕੇ ਦਾਨ ਕਰਨਾ। ਕਿ ਉਹਨਾਂ ਨੇ ਮਿੱਥਿਆ ਹੁੰਦਾ ਹੈ ਕਿ ਹਰ ਮਹੀਨੇ ਜਾਂ ਹਰ ਹਫ਼ਤੇ ਜਾਂ ਹਰ ਤਨਖਾਹ ਦੇ ਵਿੱਚੋਂ ਇੰਨਾ ਦਾਨ ਅਸੀਂ ਇਸ ਖਾਸ ਜਗ੍ਹਾ 'ਤੇ ਕਰਨਾ ਹੈ। ਖਾਸ ਕਰ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਕਿ ਲਾਲਚ ਚਰਮ ਸੀਮਾ 'ਤੇ ਹੈ, ਮਿੱਥ ਕੇ ਦਾਨ ਕਰਨ ਵਾਲੇ ਮਨੁੱਖਾਂ ਦੇ ਪਾਸੋਂ ਬਹੁਤ ਸਾਰੀਆਂ ਸੰਸਥਾਵਾਂ ਦਾਨ ਲੈ ਲੈਂਦੀਆਂ ਹਨ। ਜਿਸ ਅਰਥ 'ਤੇ ਉਹ ਲੱਗਣਾ ਚਾਹੀਦਾ ਹੈ ਉੱਥੇ ਲਗਾਉਂਦੀਆਂ ਨਹੀਂ। ਕਿਸੇ ਦੀ ਸਹਾਇਤਾ ਲਈ ਤੁਸੀਂ ਦਾਨ ਦਿੱਤਾ ਹੈ, ਉਹਦੀ ਸਹਾਇਤਾ ਨਹੀਂ ਹੁੰਦੀ, ਬਲਕਿ ਕੁਝ ਲਾਲਚੀ ਮਨੁੱਖ ਆਪਣਾ ਘਰ ਜ਼ਰੂਰ ਭਰ ਲੈਂਦੇ ਹਨ। ਸੋ ਉਹ ਵੀ ਤੁਹਾਡਾ ਦਾਨ ਜੋ ਹੈ ਸਹੀ ਥਾਂ ਨਹੀਂ ਲੱਗ ਰਿਹਾ। ਸੋ ਦਾਨ ਕਰੀਏ ਤਾਂ ਕਿਵੇਂ ਕਰੀਏ ਤੇ ਕਿੱਥੇ ਕਰੀਏ? ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਸਾਨੂੰ ਦਾਨ ਕਰਨ ਦੇ ਬਹੁਤ ਮੌਕੇ ਮਿਲਦੇ ਹਨ। ਅਸੀਂ ਆਪਣੇ ਆਸ-ਪਾਸ ਕਈ ਵਾਰ ਕਿਸੇ ਮਨੁੱਖ ਨੂੰ ਤਕਲੀਫ ਦੇ ਵਿੱਚ ਦੇਖਦੇ ਹਾਂ, ਜੋ ਕਿ ਭੀਖ ਨਹੀਂ ਮੰਗ ਰਿਹਾ, ਪਰ ਉਹ ਤਕਲੀਫ ਦੇ ਵਿੱਚ ਹੈ। ਅਸੀਂ ਉੱਥੇ ਉਸ ਇਨਸਾਨ ਦੀ ਸਹਾਇਤਾ ਕਰ ਸਕਦੇ ਹਾਂ। ਸਰੀਰਕ ਤੌਰ 'ਤੇ ਕਰ ਪਾਈਏ ਤਾਂ ਸਰੀਰਕ ਤੌਰ 'ਤੇ ਕਰ ਦਈਏ, ਮਾਨਸਿਕ ਤੌਰ 'ਤੇ ਕਰ ਪਾਈਏ ਤਾਂ ਮਾਨਸਿਕ ਤੌਰ 'ਤੇ ਕਰ ਦਈਏ, ਤੇ ਜੇ ਧਨ ਆਦਿਕ ਨਾਲ ਕਰ ਸਕਦੇ ਹੋਈਏ ਤਾਂ ਧਨ ਆਦਿਕ ਨਾਲ ਕਰ ਦਈਏ। ਸੋ ਜਿੱਥੇ ਲੋੜ ਹੈ, ਜਿੱਥੇ ਸਾਨੂੰ ਦਿਖ ਰਿਹਾ ਹੈ ਕਿ ਕਿਸੇ ਇਨਸਾਨ ਨੂੰ, ਕਿਸੇ ਜੀਵ ਨੂੰ ਜ਼ਰੂਰਤ ਹੈ, ਉੱਥੇ ਅਸੀਂ ਉਹਦੀ ਜ਼ਰੂਰਤ ਪੂਰੀ ਕਰ ਦਈਏ। ਉਹ ਅਸਲੀ ਦਾਨ ਹੈ। ਉੱਥੇ ਸਾਡੇ ਨਾਮ ਦੀ ਵੀ ਕੋਈ ਘੋਸ਼ਣਾ ਨਹੀਂ ਹੋਣੀ। ਉਹ ਮਨੁੱਖ ਸ਼ਾਇਦ ਸਾਨੂੰ ਜਾਣਦਾ ਵੀ ਨਾ ਹੋਵੇ, ਤੇ ਜੇਕਰ ਅਸੀਂ ਆਪਣਾ ਨਾਮ ਉਹਨੂੰ ਦੱਸ ਵੀ ਦਈਏ ਤਾਂ ਜਿੱਥੇ ਕਿਤੇ ਜਾ ਕੇ ਉਹ ਸਾਡੀ ਗੱਲ ਕਰੇਗਾ, ਉਹ ਸਾਨੂੰ ਨਹੀਂ ਜਾਣਦੇ ਹੋਣਗੇ। ਸਾਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਪਾਏਗਾ ਕਿ ਜਿਸ ਮਨੁੱਖ ਨੂੰ ਅਸੀਂ ਦਾਨ ਦਿੱਤਾ ਉਹ ਸਾਡੀ ਵਾਹ-ਵਾਹੀ ਇਸ ਜਗਤ ਦੇ ਵਿੱਚ ਕਰਾ ਰਿਹਾ ਹੈ। ਸਾਡੇ ਹੰਕਾਰ ਨੂੰ ਬਲ ਨਹੀਂ ਮਿਲੇਗਾ। ਸਾਡੇ ਅੰਦਰ ਇੱਕ ਸੰਤੁਸ਼ਟੀ ਹੋਏਗੀ ਕਿ ਕਿਸੇ ਲੋੜਵੰਦ ਦੀ ਸਹਾਇਤਾ ਕਰ ਦਿੱਤੀ ਹੈ। ਸੰਤੁਸ਼ਟੀ ਹੋਏਗੀ, ਹੰਕਾਰ ਨਹੀਂ ਹੋਏਗਾ। ਨਾ ਹੀ ਉੱਥੇ ਕੋਈ ਸਵਾਰਥ ਹੋਏਗਾ। ਅਸੀਂ ਉਹ ਸਹਾਇਤਾ ਇਸ ਕਰਕੇ ਨਹੀਂ ਕੀਤੀ ਕਿ ਬਦਲੇ ਦੇ ਵਿੱਚ ਸਾਨੂੰ ਵੱਧ ਕੁਝ ਮਿਲ ਜਾਏਗਾ। ਤੇ ਤੀਜੀ ਗੱਲ ਜੋ ਆਪਾਂ ਕੀਤੀ ਹੈ ਕਿ ਕੋਈ ਸਾਡੇ ਕੀਤੇ ਹੋਏ ਦਾਨ ਦਾ ਗਲਤ ਇਸਤੇਮਾਲ ਕਰ ਲਏਗਾ, ਉਹ ਵੀ ਨਹੀਂ ਹੋਏਗਾ, ਕਿਉਂਕਿ ਅਸੀਂ ਉਸ ਮਨੁੱਖ ਨੂੰ ਤਕਲੀਫ ਦੇ ਵਿੱਚ ਜਾਂ ਉਸ ਜੀਵ ਨੂੰ ਤਕਲੀਫ ਦੇ ਵਿੱਚ ਦੇਖਿਆ ਹੈ ਆਪਣੀਆਂ ਅੱਖਾਂ ਦੇ ਨਾਲ, ਤੇ ਉਹਦੇ ਅੰਦਰ ਕੋਈ ਲਾਲਚ ਵੀ ਨਹੀਂ ਸੀ, ਕਿਉਂਕਿ ਉਹ ਖੁਦ ਤੇ ਦਾਨ ਮੰਗ ਹੀ ਨਹੀਂ ਰਿਹਾ ਸੀ। ਪਰ ਸਾਨੂੰ ਇਹ ਜ਼ਰੂਰ ਮਹਿਸੂਸ ਹੋਇਆ ਸੀ ਕਿ ਉਹਨੂੰ ਲੋੜ ਹੈ ਤੇ ਉਹਦੀ ਲੋੜ ਅਸੀਂ ਪੂਰੀ ਕੀਤੀ। ਸੋ ਦੁਆਦਸ਼ੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜਮਾਨ। ਆਪਣਾ ਮਾਨ ਤਿਆਗ ਕੇ, ਹੰਕਾਰ ਤਿਆਗ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਰਹੋ। ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ। ਸਾਧ ਸੰਗਤ ਦੇ ਵਿੱਚ ਮਿਲ ਕੇ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਰਸ ਪੀਂਦੇ ਰਹੋ, ਗ੍ਰਹਿਣ ਕਰਦੇ ਰਹੋ। ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗ ਕੇ, ਪ੍ਰਮਾਤਮਾ ਦੀ ਜਦੋਂ ਅਸੀਂ ਸਿਫਤ ਸਲਾਹ ਕਰਦੇ ਹਾਂ ਤਾਂ ਸਾਡਾ ਮਨ ਤ੍ਰਿਪਤ ਜਾਂਦਾ ਹੈ, ਰੱਜ ਜਾਂਦਾ ਹੈ ਦੁਨੀਆ ਦੇ ਪਦਾਰਥਾਂ ਵੱਲੋਂ। ਕੋਮਲ ਬਾਣੀ ਸਭ ਕੋ ਸੰਤੋਖ ਹੈ। ਜੋ ਮਿੱਠੀ ਬਾਣੀ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਦੀ, ਉਹ ਸਾਡੇ ਹਰੇਕ ਗਿਆਨ ਇੰਦਰੇ ਨੂੰ ਆਤਮਿਕ ਆਨੰਦ ਦਿੰਦੀ ਹੈ, ਸਾਡੇ ਅੰਦਰ ਸੰਤੋਖ ਪੈਦਾ ਕਰਦੀ ਹੈ। ਪੰਜ ਭੂ ਆਤਮਾ ਹਰ ਨਾਮ ਰਸ ਭੁੱਖ ਹੈ। ਪੰਜ ਤੱਤਾਂ ਤੋਂ ਬਣੇ ਹੋਏ ਸਾਡੇ ਸਰੀਰ ਦੀ ਅਤੇ ਸਾਡੀ ਆਤਮਾ ਦੀ ਪ੍ਰਫੁੱਲਤੀ ਹੁੰਦੀ ਹੈ। ਸਾਡੀ ਆਤਮਾ ਵੀ ਤੇ ਸਾਡਾ ਸਰੀਰ ਵੀ ਪ੍ਰਫੁੱਲਤ ਹੋ ਜਾਂਦਾ ਹੈ ਹਰ ਨਾਮ ਦੀ ਬਰਕਤ ਦੇ ਨਾਲ, ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਰਕਤ ਦੇ ਨਾਲ। ਗੁਰ ਪੂਰੇ ਤੇ ਇਹ ਨਿਹਚੋ ਪਾਈਐ, ਨਾਨਕ ਰਾਮ ਰਮਤ ਫਿਰ ਜੋਨ ਨਾ ਆਈਐ। ਗੁਰੂ ਜੀ ਕਹਿੰਦੇ ਕਿ ਪੂਰੇ ਗੁਰੂ ਪਾਸੋਂ ਇਹ ਦਾਤ ਯਕੀਨੀ ਤੌਰ 'ਤੇ ਮਿਲ ਜਾਂਦੀ ਹੈ, ਤੇ ਪ੍ਰਮਾਤਮਾ ਦਾ ਨਾਮ ਸਿਮਰਿਆ, ਪ੍ਰਮਾਤਮਾ ਦੇ ਨਾਲ ਇੱਕ ਮਿੱਕ ਹੋਇਆਂ
ਫਿਰ ਜੂਨਾਂ ਦੇ ਵਿੱਚ ਨਹੀਂ ਆਵੀਦਾ। ਜਦੋਂ ਅਸੀਂ ਪਰਮਾਤਮਾ ਦੇ ਨਾਲ ਇੱਕਮਿੱਕ ਹੋ ਜਾਈਏ, ਸਥਿਰਤਾ ਹਾਸਲ ਕਰ ਲਈਏ, ਫਿਰ ਸਾਡੀ ਮਾਨਸਿਕ ਸਥਿਤੀ ਦੇ ਵਿੱਚ ਕੋਈ ਉਤਾਰ ਚੜ੍ਹਾਅ ਨਹੀਂ ਆਉਂਦੇ, ਕੋਈ ਜਨਮ ਮਰਨ ਨਹੀਂ ਹੁੰਦਾ। ਸ਼ਲੋਕ। ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨਾ ਕਾਮ, ਪਤਿਤ ਉਧਾਰਨ ਮਨ ਵਸੈ ਨਾਨਕ ਛੂਟੈ ਨਾਮ। ਜਗਤ ਮਾਇਆ ਦੇ 3 ਗੁਣਾਂ ਦੇ ਦਬਾਓ ਹੇਠ ਆਇਆ ਰਹਿੰਦਾ ਹੈ। ਇਸ ਵਾਸਤੇ ਕਦੇ ਵੀ ਇਸ ਦੀਆਂ ਵਾਸਨਾ ਪੂਰੀਆਂ ਨਹੀਂ ਹੁੰਦੀਆਂ। ਮਾਇਆ ਦੇ 3 ਗੁਣ ਹਨ, ਰਜੋ, ਸਤੋ, ਤਮੋ। ਬਣਨਾ, ਟਿਕਣਾ ਤੇ ਢਹਿਣਾ। ਜਾਂ ਤੇ ਮਾਇਆ ਨੂੰ ਬਣਾਉਣ ਦੀ ਖਾਤਰ ਉਦਮ ਕਰ ਰਿਹਾ ਹੈ, ਜਾਂ ਉਹਨੂੰ ਟਿਕਾਉਣ ਦੀ ਖਾਤਰ ਉਦਮ ਕਰ ਰਿਹਾ ਹੈ, ਜਾਂ ਉਹਦੇ ਖੁੱਸ ਜਾਣ ਤੇ ਦੁਖੀ ਹੋ ਰਿਹਾ ਹੈ। ਇਹਨਾਂ ਤਿੰਨਾਂ ਕੁ ਹੀ ਚੱਕਰਾਂ ਦੇ ਵਿੱਚ ਜਗਤ ਉਲਝਿਆ ਹੋਇਆ ਹੈ ਤੇ ਮਾਇਆ ਦੇ ਪੰਜੇ ਤੋਂ ਇਹਨਾਂ ਤਿੰਨਾਂ ਚੱਕਰਾਂ ਦੇ ਵਿੱਚੋਂ ਬਾਹਰ ਕੱਢਣ ਵਾਲਾ ਹੈ ਪਰਮਾਤਮਾ ਦਾ ਨਾਮ। ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਬਸੇ, ਉਹ ਨਾਮ ਜਿਹੜਾ ਵਿਕਾਰਾਂ ਦੇ ਵਿੱਚ ਡਿੱਗਿਆਂ ਹੋਇਆਂ ਨੂੰ ਵਿਕਾਰਾਂ ਦੇ ਵਿੱਚੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ, ਜੋ ਪਤਿਤ ਉਦਾਹਰਨ ਹੈ। ਜਦੋਂ ਉਹ ਮਨ ਦੇ ਵਿੱਚ ਵਸ ਪਏ ਤਾਂ ਮਨੁੱਖ ਮਾਇਆ ਦੇ ਪੰਜੇ ਦੇ ਵਿੱਚੋਂ ਖਲਾਸੀ ਹਾਸਲ ਕਰ ਲੈਂਦਾ ਹੈ, ਛੁਟਕਾਰਾ ਪਾ ਲੈਂਦਾ ਹੈ। ਪੌੜੀ। ਤ੍ਰੋਦਸ਼ੀ ਤੀਨ ਤਾਪ ਸੰਸਾਰ, ਆਵਤ ਜਾਤ ਨਰਕ ਅਵਤਾਰ। ਤ੍ਰੋਦਸ਼ੀ ਜਾਣੀ 13ਵੀਂ, ਚੰਦਰਮਾ ਦੀ 13ਵੀਂ ਤਿਥੀ। ਤ੍ਰੋਦਸ਼ੀ ਤੋਂ ਗੁਰੂ ਜੀ ਨੇ ਪਹਿਲੇ ਮਾਇਆ ਦੇ 3 ਗੁਣਾਂ ਦੀ ਗੱਲ ਕੀਤੀ ਤੇ ਹੁਣ ਮਨੁੱਖ ਨੂੰ ਚੰਬੜਨ ਵਾਲੇ 3 ਦੁੱਖਾਂ ਦੀ ਗੱਲ ਕਰ ਰਹੇ ਹਨ। ਤ੍ਰੋਦਸ਼ੀ ਤੀਨ ਤਾਪ ਸੰਸਾਰ। ਗੁਰੂ ਜੀ ਕਹਿੰਦੇ ਕਿ ਜੋ ਸੰਸਾਰ ਹੈ, ਜੋ ਜਗਤ ਹੈ, ਜਗਤ ਦੇ ਜੀਵ ਹਨ, ਉਹ 3 ਦੁੱਖਾਂ ਦੇ ਵਿੱਚ ਹੀ ਘਿਰੇ ਰਹਿੰਦੇ ਹਨ। ਇਹ 3 ਦੁੱਖ ਕਿਹੜੇ ਹਨ? ਨੰਬਰ 1 ਤੇ ਹੈ ਮਾਨਸਿਕ ਦੁੱਖ, ਜਿਹਦੇ ਵਿੱਚ ਸਾਡੇ ਰੋਜ਼ਮर्रा ਦੇ ਜੀਵਨ ਦੀਆਂ ਕਠਿਨਾਈਆਂ, ਚਿੰਤਾਵਾਂ ਆ ਜਾਂਦੀਆਂ ਹਨ। ਕੋਈ ਸਾਨੂੰ ਬੁਰਾ ਭਲਾ ਕਹਿ ਕੇ ਚਲਾ ਜਾਵੇ, ਅਸੀਂ ਦੁਖੀ ਹੋ ਜਾਂਦੇ ਹਾਂ। ਉੱਥੇ ਸਾਡਾ ਸਰੀਰਕ ਤੌਰ 'ਤੇ ਨੁਕਸਾਨ ਕੋਈ ਨਹੀਂ ਹੋਇਆ, ਨਾ ਹੀ ਸਾਡੀ ਕੋਈ ਚੀਜ਼ ਖੁੱਸ ਗਈ ਹੈ, ਸਿਰਫ ਦੂਜਾ ਇਨਸਾਨ ਸਾਨੂੰ ਉੱਚਾ ਬੋਲ ਕੇ ਚਲਾ ਗਿਆ। ਸਾਡੇ ਮਨ ਦੇ ਵਿੱਚ ਦੁੱਖਾਂ ਦੀਆਂ ਤਰੰਗਾਂ ਵਹਿਣ ਲੱਗ ਪਈਆਂ। ਸਾਡੇ ਮਨ ਵਿੱਚ ਦਰਦ ਦਾ ਇੱਕ ਜਵਾਲਾਮੁਖੀ ਜਿਵੇਂ ਫਟ ਜਾਂਦਾ ਹੈ। ਇੱਕ ਦੁੱਖ ਤੇ ਇਹ ਹੋ ਗਿਆ ਮਾਨਸਿਕ ਦੁੱਖ। ਦੂਜਾ ਹੋ ਗਿਆ ਸਰੀਰਕ ਦੁੱਖ। ਸਰੀਰ ਨੂੰ ਕੋਈ ਚੋਟ ਲੱਗ ਗਈ, ਸਰੀਰ ਨੂੰ ਕੋਈ ਬਿਮਾਰੀ ਚੰਬੜ ਗਈ, ਉਹਦੇ ਕਰਕੇ ਮਨੁੱਖ ਦੁਖੀ ਹੁੰਦਾ ਹੈ। ਤੀਜਾ ਦੁੱਖ ਆ ਜਾਂਦਾ ਹੈ ਸੰਸਾਰਕ ਦੁੱਖ। ਹਰ ਇਨਸਾਨ ਕਿਸੇ ਨਾ ਕਿਸੇ ਚੀਜ਼ ਦਾ ਮਾਲਕ ਹੁੰਦਾ ਹੈ। ਕਈ ਲੋਕ ਦੁਨਿਆਵੀ ਪੱਧਰ ਤੇ ਬਹੁਤ ਤਰੱਕੀ ਕਰ ਜਾਂਦੇ ਹਨ, ਬਹੁਤ ਜ਼ਮੀਨਾਂ, ਜਾਇਦਾਦਾਂ, ਧਨ ਦੌਲਤ ਦੇ ਮਾਲਕ ਹੋ ਜਾਂਦੇ ਹਨ। ਕਈ ਬੜੇ ਗਰੀਬ ਹੁੰਦੇ ਹਨ, ਉਹਨਾਂ ਕੋਲ ਮਲਕੀਅਤ ਦੇ ਤੌਰ ਤੇ ਸਿਰਫ ਚੰਦ ਕੱਪੜੇ ਜਾਂ ਜੁੱਤੇ ਹੀ ਹੁੰਦੇ ਹਨ, ਥੋੜ੍ਹਾ ਬਹੁਤਾ ਖਾਣ ਦਾ ਸਮਾਨ ਹੋ ਸਕਦਾ ਹੈ, ਪਰ ਕਿਸੇ ਨਾ ਕਿਸੇ ਚੀਜ਼ ਦਾ ਮਾਲਕ ਇਨਸਾਨ ਹੁੰਦਾ ਹੈ। ਜੇ ਕੋਈ ਚੀਜ਼ ਦੀ ਮਲਕੀਅਤ ਨਹੀਂ ਹੈ ਤੇ ਸਾਡੇ ਜੀਵਨ ਦੇ ਵਿੱਚ ਸਕੇ ਸੰਬੰਧੀ ਜ਼ਰੂਰ ਹੁੰਦੇ ਨੇ। ਉਹਨਾਂ ਦੇ ਖੁੱਸ ਜਾਣ ਤੇ ਜਾਂ ਕਿਸੇ ਚੀਜ਼ ਦੇ ਖੁੱਸ ਜਾਣ ਤੇ ਜੋ ਸਾਨੂੰ ਦੁੱਖ ਹੁੰਦਾ ਹੈ, ਉਹ ਹੈ ਸੰਸਾਰਕ ਦੁੱਖ। ਸੋ ਇਹਨਾਂ ਤਿੰਨਾਂ ਹੀ ਦੁੱਖਾਂ ਦੇ ਵਿੱਚ ਜਗਤ ਫਸਿਆ ਹੋਇਆ ਹੈ। ਹਰ ਵਕਤ ਇਹਨਾਂ ਹੀ ਦੁੱਖਾਂ ਨੇ ਇਹਨੂੰ ਘੇਰਾ ਪਾਇਆ ਹੋਇਆ ਹੈ। ਇਹਨਾਂ ਦੇ ਕਰਕੇ ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਕੋਈ ਚੀਜ਼ ਮਿਲ ਜਾਏ ਖੁਸ਼ ਹੈ, ਜਨਮ ਪੈਂਦਾ ਹੈ। ਕੋਈ ਚੰਗਾ ਬੋਲ ਜਾਏ ਖੁਸ਼ ਹੋ ਜਾਂਦਾ ਹੈ, ਜਨਮ ਪੈਂਦਾ ਹੈ। ਕੋਈ ਮੰਦਾ ਬੋਲ ਜਾਏ ਦੁਖੀ ਹੋ ਜਾਂਦਾ ਹੈ, ਮਰ ਜਾਂਦਾ ਹੈ। ਕੁਝ ਖੁੱਸ ਜਾਏ ਦੁਖੀ ਹੋ ਜਾਂਦਾ ਹੈ, ਮਰ ਜਾਂਦਾ ਹੈ। ਸੋ ਆਵਤ ਜਾਤ ਨਰਕ ਅਵਤਾਰ, ਮੁੜ ਮੁੜ ਨਰਕਾਂ ਦੇ ਵਿੱਚ ਜਨਮ ਲੈਂਦਾ ਰਹਿੰਦਾ ਹੈ, ਦੁੱਖਾਂ ਦੇ ਵਿੱਚ ਘਿਰਿਆ ਰਹਿੰਦਾ ਹੈ। ਇੰਨਾ ਜ਼ਿਆਦਾ ਘਿਰ ਜਾਂਦਾ ਹੈ ਕਿ ਹਰ ਹਰ ਭਜਨ ਨਾ ਮਨ ਮਹਿ ਆਇਓ,
ਸੁਖ ਸਾਗਰ ਪ੍ਰਭੂ ਨਿਮਖ ਨਾ ਗਾਇਓ। ਇੰਨਾ ਜ਼ਿਆਦਾ ਇਹਨਾਂ ਦੁੱਖਾਂ ਦੇ ਵਿੱਚ ਮਨੁੱਖ ਘਿਰਿਆ ਹੋਇਆ ਹੈ ਜਾਂ ਆਪਣੇ ਆਪ ਨੂੰ ਘੇਰੀ ਰੱਖਦਾ ਹੈ, ਅੱਖ ਫਰਕਣ ਦੇ ਸਮੇਂ ਜਿੰਨੇ ਲਈ ਵੀ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ। ਪ੍ਰਮਾਤਮਾ ਦਾ ਭਜਨ ਇਹਦੇ ਮਨ ਵਿੱਚ ਇੱਕ ਪਲ ਲਈ ਵੀ ਟਿਕਦਾ ਨਹੀਂ। ਹਰਖ ਸੋਗ ਕਾ ਦੇਹ ਕਰ ਬਾਧਿਓ। ਆਪਣੇ ਸਰੀਰ ਨੂੰ ਇਹਨੇ ਖੁਸ਼ੀ ਤੇ ਗਮੀ ਦਾ ਪਿੰਡ ਬਣਾ ਰੱਖਿਆ ਹੈ। ਇੱਕ ਪਿੰਡ ਦੇ ਵਿੱਚ ਲੋਕ ਆਉਂਦੇ ਵੀ ਰਹਿੰਦੇ ਹਨ, ਜਾਂਦੇ ਵੀ ਰਹਿੰਦੇ ਹਨ। ਕੋਈ ਕੰਮ ਤੇ ਚੱਲ ਗਿਆ, ਕੋਈ ਬਾਹਰਲੇ ਪਿੰਡ ਤੋਂ ਆ ਗਿਆ, ਜਾਂ ਕੋਈ ਕੰਮ ਤੋਂ ਵਾਪਸ ਪਿੰਡ ਦੇ ਵਿੱਚ ਆ ਗਿਆ। ਕਿਸੇ ਨਾ ਹਰ ਪਿੰਡ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਉਸੇ ਪ੍ਰਕਾਰ ਹੀ ਇਹਨੇ ਜਾਣੀ ਜੀਵ ਨੇ ਆਪਣੇ ਸਰੀਰ ਨੂੰ ਬਣਾ ਲਿਆ ਹੈ। ਇੱਥੇ ਖੁਸ਼ੀ ਤੇ ਗਮੀ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਦੀਰਘ ਰੋਗ ਮਾਇਆ ਆਸਾਧਿਓ। ਮਾਇਆ ਦੇ ਮੋਹ ਦਾ ਇਹਨੇ ਇੱਕ ਅਜਿਹਾ ਰੋਗ ਆਪਣੇ ਆਪ ਨੂੰ ਚੰਬੇੜ ਲਿਆ ਹੈ ਜਿਹੜਾ ਕਾਬੂ ਵਿੱਚ ਨਹੀਂ ਆਉਂਦਾ। ਦਿਨੈ ਵਿਕਾਰ ਕਰਤ ਸ਼ਰਮ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ। ਗੁਰੂ ਜੀ ਕਹਿੰਦੇ ਕਿ ਸਾਰਾ ਦਿਨ ਇਹਨਾਂ ਤਿੰਨਾਂ ਤਾਪਾਂ ਦੇ ਕਾਰਨ ਮਨੁੱਖ ਮਿਹਨਤ ਕਰਦਾ ਹੈ, ਕੰਮਕਾਰ ਕਰਦਾ ਹੈ, ਵਿਅਰਥ ਹੈ। ਗੁਰੂ ਜੀ ਇਹ ਗੱਲ ਇੱਥੇ ਕਹਿੰਦੇ ਪਏ ਹਨ, ਦਿਨੈ ਵਿਕਾਰ, ਵਿਕਾਰ ਭਾਵ ਕਿ ਬੇਕਾਰ ਦੇ ਵਿੱਚ, ਵਿਅਰਥ ਦੇ ਵਿੱਚ, ਕਰਤ ਸ਼ਰਮ ਪਾਇਓ, ਮਿਹਨਤ ਕਰਦਾ ਕਰਦਾ ਥੱਕ ਜਾਂਦਾ ਹੈ। ਇਹ ਬੇਕਾਰ ਕਿਉਂ ਹੈ? ਕਿਉਂਕਿ ਜੋ ਵੀ ਅਸੀਂ ਕੰਮ ਕਰਦੇ ਹਾਂ, ਜੇਕਰ ਅਸੀਂ ਆਪਣੇ ਮਨ ਦੀ ਖੁਸ਼ੀ ਨੂੰ ਉਸ ਕੰਮ ਦੇ ਨਾਲ, ਉਸ ਕੰਮ ਤੋਂ ਜੋ ਅਸੀਂ ਕਮਾਉਂਦੇ ਹਾਂ ਉਹਦੇ ਨਾਲ ਬੰਨ੍ਹ ਲਵਾਂਗੇ ਤਾਂ ਸਥਾਈ ਖੁਸ਼ੀ ਅਸੀਂ ਕਦੇ ਹਾਸਲ ਨਹੀਂ ਕਰ ਸਕਦੇ। ਕਾਰਨ ਇਹ ਹੈ ਕਿ ਅਸੀਂ ਜੋ ਵੀ ਕੰਮ ਕਰਦੇ ਹਾਂ ਉਹਦੇ ਬਦਲੇ ਦੇ ਵਿੱਚ ਸਾਨੂੰ ਤਨਖਾਹ ਮਿਲ ਜਾਂਦੀ ਹੈ। ਉਹਦੇ ਨਾਲ ਅਸੀਂ ਚੀਜ਼ਾਂ ਵੀ ਖਰੀਦ ਸਕਦੇ ਹਾਂ, ਖਾਣ ਲਈ ਖਾਣਾ, ਪਹਿਨਣ ਲਈ ਕੱਪੜੇ, ਰਹਿਣ ਲਈ ਘਰ ਖਰੀਦ ਸਕਦੇ ਹਾਂ। ਦੁਨਿਆਵੀ ਚੀਜ਼ਾਂ ਹਨ, ਖਰੀਦ ਸਕਦੇ ਹਾਂ, ਪਰ ਉਹ ਸਾਨੂੰ ਮਾਨਸਿਕ ਖੁਸ਼ੀ, ਸਥਾਈ ਖੁਸ਼ੀ ਇਸ ਕਰਕੇ ਪ੍ਰਦਾਨ ਨਹੀਂ ਕਰ ਪਾਉਂਦਾ ਜੋ ਸਾਡਾ ਕੰਮ ਹੈ। ਕਿਉਂਕਿ ਚੀਜ਼ਾਂ ਅਸੀਂ ਖਰੀਦ ਤੇ ਸਕਦੇ ਹਾਂ, ਉਹਨਾਂ ਦੇ ਖੁੱਸਣ ਤੇ ਸਾਡਾ ਅਖਤਿਆਰ ਨਹੀਂ। ਕੁਝ ਪਤਾ ਨਹੀਂ ਕਿਹੜੀ ਚੀਜ਼ ਜਾਂ ਕਿਹੜੇ ਰਿਸ਼ਤੇ ਨੇ ਕਦੋਂ ਖੁੱਸ ਜਾਣਾ ਹੈ। ਸਾਡਾ ਕੰਮ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਉਸ ਹਾਲਾਤ ਦੇ ਵਿੱਚ ਜਦੋਂ ਸਾਡੇ ਤੋਂ ਕੁਝ ਖੁੱਸ ਗਿਆ ਉਦੋਂ ਅਸੀਂ ਆਪਣੇ ਆਪ ਨੂੰ ਸੰਭਾਲਣਾ ਕਿਵੇਂ ਹੈ। ਇਸ ਕਰਕੇ ਗੁਰੂ ਜੀ ਕੰਮ ਨੂੰ ਵਿਅਰਥ ਕਹਿੰਦੇ ਹਨ। ਦੂਜੀ ਗੱਲ, ਕੋਈ ਵੀ ਕੰਮ ਅਸੀਂ ਕਰਦੇ ਹੋਈਏ ਉਹ ਕੰਮ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਣ ਤੋਂ ਤੇ ਨਹੀਂ ਰੋਕ ਸਕਦਾ। ਉਹ ਕੰਮ ਸਾਨੂੰ ਅਜਿਹੇ ਤੇ ਨਹੀਂ ਨਾ ਬਣਾ ਸਕਦਾ ਕਿ ਕੋਈ ਸਾਨੂੰ ਬੁਰਾ ਭਲਾ ਕਹਿ ਕੇ ਚਲਾ ਜਾਏ ਤੇ ਅਸੀਂ ਉਸ ਗੱਲ ਦਾ ਦੁੱਖ ਨਾ ਮਨਾਈਏ। ਇਸ ਕਰਕੇ ਵੀ ਕੰਮ ਵਿਅਰਥ ਕਿਹਾ ਗਿਆ ਹੈ ਕਿ ਬੇਕਾਰ ਦੇ ਵਿੱਚ ਮਨੁੱਖ ਸਾਰਾ ਦਿਨ ਮਿਹਨਤ ਕਰਦਾ ਰਹਿੰਦਾ ਹੈ, ਧਨ ਦੌਲਤਾਂ ਇਕੱਠੀਆਂ ਕਰਨ ਦੇ ਵਿੱਚ ਲੱਗਾ ਰਹਿੰਦਾ ਹੈ। ਇੱਥੋਂ ਤੱਕ ਕਿ ਨੈਣਾਂ ਦੇ ਵਿੱਚ ਜਦ ਨੀਂਦ ਪੈ ਜਾਂਦੀ ਹੈ, ਸੁਪਨਿਆਂ ਦੇ ਵਿੱਚ ਵੀ ਦੁਨਿਆਵੀ ਭੱਜ ਦੌੜ ਦੀਆਂ ਹੀ ਗੱਲਾਂ ਕਰਦਾ ਹੈ। ਸੁਪਨੇ ਵੀ ਇਸ ਪ੍ਰਕਾਰ ਦੇ ਹੀ ਆਉਂਦੇ ਨੇ। ਸੁਪਨਿਆਂ ਦੇ ਵਿੱਚ ਵੀ ਕੰਮਕਾਰ ਕਰਦਾ ਪਿਆ ਹੈ, ਭੱਜ ਦੌੜ ਕਰਦਾ ਪਿਆ ਹੈ। ਹਰ ਬਿਸਰਤ ਹੋਵਤ ਇਹ ਹਾਲ। ਗੁਰੂ ਜੀ ਕਹਿੰਦੇ ਕਿ ਕਿਉਂਕਿ ਇਹਨੂੰ ਪ੍ਰਮਾਤਮਾ ਭੁੱਲ ਗਿਆ ਹੈ, ਇਸ ਕਰਕੇ ਇਹਦਾ ਇਹ ਹਾਲ ਹੁੰਦਾ ਹੈ ਕਿ ਦਿਨੇ ਵੀ ਭੱਜ ਦੌੜ ਕਰਦਾ ਪਿਆ ਹੈ, ਰਾਤ ਨੂੰ ਸੁੱਤਾ ਪਿਆ ਸੁਪਨਿਆਂ ਦੇ ਵਿੱਚ ਵੀ ਭੱਜ ਦੌੜ ਹੀ ਕਰ ਰਿਹਾ ਹੈ, ਫਿਰ ਵੀ ਤਿੰਨਾਂ ਤਾਪਾਂ ਤੋਂ ਛੁਟਕਾਰਾ ਨਹੀਂ ਪਾ ਰਿਹਾ। ਸ਼ਰਨ ਨਾਨਕ ਪ੍ਰਭ ਪੁਰਖ ਦਇਆਲ। ਜੇ ਇਸ ਦੁੱਖਦਾਈ ਹਾਲਾਤ ਤੋਂ ਬਚਣਾ ਹੈ ਤਾਂ ਦਇਆ ਦੇ ਸੋਮੇ ਅਕਾਲ ਪੁਰਖ ਦੀ ਸ਼ਰਨ ਪਾਓ। ਸਿਰਫ ਧਰਮ ਹੀ ਅਜਿਹੀ ਵਿੱਦਿਆ ਹੈ ਜੋ ਸਾਨੂੰ ਕਿਸੇ ਵੀ ਹਾਲਾਤ ਦੇ ਵਿੱਚ ਸਥਿਰ ਰਹਿਣ ਦੀ ਸਿੱਖਿਆ ਦਿੰਦੀ ਹੈ। ਧਰਮ ਸਾਨੂੰ ਸਿਖਾਉਂਦਾ ਹੈ, ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਕੋਈ ਉੱਚਾ ਬੋਲ ਜਾਏ, ਸਰੀਰ ਨੂੰ ਕੋਈ ਕਸ਼ਟ ਆਣ ਪਏ, ਕੋਈ ਚੀਜ਼, ਕੋਈ ਰਿਸ਼ਤਾ ਖੁੱਸ ਜਾਏ ਤਾਂ ਸਥਿਰ ਕਿਵੇਂ ਰਹਿਣਾ ਹੈ। ਪਰਮਾਤਮਾ ਦੀ ਰਜ਼ਾ ਮੰਨ ਲਓ, ਆਪਣੇ ਆਪ ਨੂੰ ਉਹਦੀ ਸ਼ਰਨ ਦੇ ਵਿੱਚ ਮਹਿਸੂਸ ਕਰੋ, ਆਪਣੇ ਆਪ ਨੂੰ ਪਰਮਾਤਮਾ ਦੇ ਅੱਗੇ ਨਿਸ਼ਾਵਰ ਕਰ ਦਿਓ, ਉਹਦੀ ਅਧੀਨਗੀ ਕਬੂਲ ਲਓ ਕਿ ਪਰਮਾਤਮਾ ਜੋ ਵੀ ਤੂੰ ਮੈਨੂੰ ਦੇ ਰਿਹਾ ਹੈ
मेरे लिए कोई सुख नहीं, कोई दुख नहीं, तेरी रज़ा है ते असीं अपने आप ही स्थिर रवांगे। श्लोक 4 कुंट 14 भवन सगल व्यापत राम, नानक ऊन ना देखिए पूरनता के काम। इस सृष्टि दे चारे पासे ते 14 लोकां हिंदू मत दे अनुसार 7 आकाश ਅਤੇ 7 ਪਾਤਾਲ ਹਨ। ਸੋ ਦੋਨਾਂ ਨੂੰ ਮਿਲਾ ਕੇ 14 ਹੋ ਗਏ। ਤਾਂ ਗੁਰੂ ਜੀ ਕਹਿੰਦੇ ਕਿ ਚਾਰੇ ਪਾਸੇ ਤੇ 14 ਭਵਨਾਂ 14 ਲੋਕਾਂ ਦੇ ਵਿੱਚ ਹਰ ਥਾਂ ਪਰਮਾਤਮਾ ਵਸ ਰਿਹਾ ਹੈ। हे ਨਾਨਕ, ਉਸ ਪਰਮਾਤਮਾ ਦੇ ਭੰਡਾਰਿਆਂ ਦੇ ਵਿੱਚ ਕੋਈ ਕਮੀ ਨਹੀਂ ਵੇਖੀ ਜਾਂਦੀ। ਨਾਨਕ ਊਨ ਨਾ ਦੇਖੀਐ, ਕੋਈ ਊਨਤਾਈ ਨਹੀਂ ਹੈ ਉਹਦੀ ਸ੍ਰਿਸ਼ਟੀ ਦੇ ਵਿੱਚ, ਉਹਦੀ ਰਚਨਾ ਦੇ ਵਿੱਚ। ਪੂਰਨਤਾ ਕੇ ਕੰਮ, ਉਹਦੇ ਸਾਰੇ ਹੀ ਕੰਮ ਸੰਪੂਰਨ ਹੁੰਦੇ ਹਨ। ਪੌੜੀ 14 4 ਕੁੰਟ ਪ੍ਰਭ ਆਪ, ਸਗਲ ਭਵਨ ਪੂਰਨ ਪ੍ਰਤਾਪ। ਚੌਹੀਂ ਪਾਸੀਂ ਪਰਮਾਤਮਾ ਆਪ ਵਸ ਰਿਹਾ ਹੈ। ਸਾਰੇ ਭਵਨਾਂ ਵਿੱਚ ਉਸਦਾ ਤੇਜ ਪ੍ਰਤਾਪ ਚਮਕਦਾ ਹੈ। ਦਸੇ ਦਿਸ਼ਾ ਰਵਿਆ ਪ੍ਰਭ ਏਕ, ਧਰਨ ਆਕਾਸ਼ ਸਭ ਮਹਿ ਪ੍ਰਭ ਪੇਖ। ਦਸਾਂ ਦਿਸ਼ਾਵਾਂ ਦੇ ਵਿੱਚ ਪ੍ਰਭੂ ਰਮਿਆ ਹੋਇਆ ਹੈ। ਇੱਕ ਪਰਮਾਤਮਾ ਵਸਦਾ ਹੈ। ਧਰਤੀ ਵਿੱਚ ਵੀ ਅਤੇ ਆਕਾਸ਼ ਵਿੱਚ ਵੀ ਹਰ ਥਾਂ ਉਸ ਪਰਮਾਤਮਾ ਨੂੰ ਵੇਖ। ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤਹਾਂ ਵਸੈ ਦਇਆਲ। ਬੇਸ਼ੱਕ ਪਾਣੀ ਹੋਵੇ, ਧਰਤੀ ਹੋਵੇ, ਜੰਗਲ ਹੋਵੇ, ਪਹਾੜ ਹੋਣ, ਪਾਤਾਲ ਹੋਵੇ, ਇਹਨਾਂ ਸਭਨਾਂ ਵਿੱਚ ਹੀ ਦਇਆ ਦੇ ਘਰ ਪ੍ਰਭੂ ਜੀ ਵਸ ਰਹੇ ਹਨ। ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ। ਦਿਸਦੇ ਹੋਏ ਅਤੇ ਅਣਦਿਸਦੇ ਹੋਏ ਜਗਤ ਦੇ ਵਿੱਚ ਪਰਮਾਤਮਾ ਮੌਜੂਦ ਹੈ। हे ਨਾਨਕ, ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ ਪਰਮਾਤਮਾ ਨੂੰ ਸਭ ਥਾਂ ਵਸਦਾ ਪਛਾਣ ਲੈਂਦਾ ਹੈ। ਜੇਕਰ ਤੁਸੀਂ ਗੁਰਬਾਣੀ ਦੇ ਲੜ ਲੱਗੇ ਹੋ ਤੇ ਤੁਸੀਂ ਹਰ ਥਾਂ ਪਰਮਾਤਮਾ ਨੂੰ ਜ਼ਰੂਰ ਪਛਾਣੋਗੇ, ਜ਼ਰੂਰ ਮਹਿਸੂਸ ਕਰੋਗੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 299ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਚੰਦਰਮਾ ਦੀਆਂ ਤਿਥੀਆਂ ਦੇ ਵਿੱਚੋਂ 11ਵੀਂ 12ਵੀਂ 13ਵੀਂ ਤੇ 14ਵੀਂ, ਇਹਨਾਂ 4 ਤਿਥੀਆਂ ਦੀ ਗੱਲ ਅੱਜ ਦੀ ਬਾਣੀ ਦੇ ਵਿੱਚ ਕੀਤੀ ਹੈ। ਆਪਣੇ ਮਨ ਦੇ ਗਿਆਨ ਇੰਦਰੀਆਂ ਨੂੰ, ਆਪਣੇ ਗਿਆਨ ਇੰਦਰੀਆਂ ਨੂੰ ਵਸ ਦੇ ਵਿੱਚ ਕਿੰਝ ਕਰਨਾ ਹੈ, ਇਹ ਅਸੀਂ ਸਿੱਖਿਆ। ਮਾਇਆ ਦੇ 3 ਗੁਣਾਂ ਦੇ ਬਾਰੇ ਵਿੱਚ ਸੰਖੇਪ ਦੇ ਵਿੱਚ ਅਸੀਂ ਜਾਣਿਆ। ਸੰਸਾਰ ਕਿਹੜੇ 3 ਦੁੱਖਾਂ ਦੇ ਵਿੱਚ ਘਿਰਿਆ ਹੋਇਆ ਹੈ, ਇਹ ਅੱਜ ਦੀ ਬਾਣੀ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਿਆ। ਅਸਲੀ ਵਰਤ ਕੀ ਹੈ, ਅਸਲੀ ਦਾਨ ਕੀ ਹੈ, ਇਹ ਵੀ ਅੱਜ ਦੀ ਬਾਣੀ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਿਆ ਹੈ। ਬਹੁਤ ਹੀ ਸਿੱਖਿਆਦਾਇਕ ਗੁਰਬਾਣੀ ਅੱਜ ਆਪਾਂ ਪੜ੍ਹੀ ਹੈ, ਸਿੱਖੀ ਹੈ। ਪ੍ਰਮਾਤਮਾ ਮਿਹਰ ਕਰੇ ਇਹਨਾਂ ਸਿੱਖਿਆਵਾਂ ਨੂੰ ਅਸੀਂ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਵੀ ਸਕੀਏ, ਆਪਣੇ ਆਪ ਨੂੰ 3 ਦੁੱਖਾਂ ਤੋਂ ਮੁਕਤ ਕਰ ਸਕੀਏ, ਮਾਇਆ ਦੇ ਮੋਹ ਤੋਂ ਮੁਕਤ ਕਰ ਸਕੀਏ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।